गुरु गुरु नानक पद पंकज बंदन पंकज सिमरो अंगद दुख निकंदन गुरु अमर दास हृदय नित हृदय नित श्री गुरु रामदास गुण गुरु अर्जन विघ्नन के नाशक विघ्नन के नाशक श्री हर गोबिंद सुमत श्री हर राय नमो कर जोरी श्री हर कृष्ण मनाऊं बहारी गुरु तेग बहादुर परम कृपाला श्री गुरु गोबिंद सिंह विशाला तरो तरा पर पुन पुन सीसा वंदो बार बार जगदीसा एक ओंकार सतगुरु तेह प्रसाद सच होए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए दोहरा इत को चल आई तुम पाही तो ध्यान मम लंगर माही रावण ने पीर बिख पारी हटी आप तीर विचारी वाहिगुरु जी का खालसा वाहिगुरु जी की फतेह। आओ गुरु प्यारे गुरु सवारे सत्संगी जनो रोजाना की तरह पातशाह जी की अपार किरपा बख्शिश का सदका पिछले पहरां दे दीवान सजाउंदे हुए आप जी गुरु चरणों विखे हाजरियां लवा रहे हो। आओ लड़ीवार इतिहास की कथा विचार नाल जुड़ना करिए। कल आपां सरवण कर रहे सी कि एक विसाखी का दिहाड़ा आया, बहुत सिख संगतां आईयां ते बड़ी भीड़ हो गई है दरबार साहब दे विच गुरु साहब दे दर्शन करन वालियां दी। उस भीड़ विच एक बीबी आई है मत्था टेकन नमस्कार करन घुंड कढ़िया होया है, पर बहुत ही भीड़ देख के देहली कोलों पिछों ही मुड़ गई तो गुरु साहब ने सिख नूं भेज के उन्होंने बुलाया भी ये बीबी नूं बुला के लियाओ। राह चों क्यों मुड़ गई तो घुंड क्यों कढ़िया होया इसने। एक सिख गया वो बीबी नूं प्यार सत्कार सहित बुला लियाया। पातशाह ने पूछया बीबी तू कौन है, कित्थों आई है ते घुंड क्यों कढ़िया है ते दूरों क्यों मुड़ गई, रस्ते चों अगे नहीं आई। कहन लगी पातशाह मैं तुहाडे सिख दी घरवाली हाँ, सिखनी हाँ, और मैं लंगर भी सेवा कर रही सी और मेरा सरीका कबीला मेरे सहुरे जेठ होर सारा परिवार आया और मैं सोचिया कि मैं भी तुहाडे दर्शन कर लवां। तुहाडी संगत विच मेरे सहुरे भी बैठे हैं, परिवार बैठा सारा, शायद इस करके घुंड कढ़िया उसने। ते दूसरा मेरा पति तो चाहुंदा सी कि मैं सेवा करी जावां, पर मैं दर्शनां दी प्यासी उठ के आई, पर अगे बड़ी भीड़ लगी सी, मैं पिछों मुड़ गई। और फिर मैं सलाह की चलो लंगर भी सेवा करते हाँ। पातशाह जी ने उस ते खुशे बख्शे
ਉਹ ਆਪਣੇ ਆਪ ਨੂੰ ਬੜੀ ਨਿਮਰਤਾ ਵਿੱਚ ਕਹਿ ਰਹੀ ਹੈ, ਮੈਂ ਸੋਚਿਆ ਜੀ ਮੈਨੂੰ ਪਾਪਣ ਨੂੰ ਕਿੱਥੇ ਦਰਸ਼ਨ ਹੋਣੇ ਆ, ਪਰ ਤੁਸੀਂ ਦਇਆ ਕਰੀ ਮੈਨੂੰ ਸਦਕੇ ਦਰਸ਼ਨ ਦੇ ਦਿੱਤੇ ਮਹਾਰਾਜ। ਬਚਨ ਬਿਲਾਸ ਵੀ ਹੋ ਗਏ ਥੋੜ੍ਹੇ। ਪਾਤਸ਼ਾਹ ਜੀ ਕਹਿਣ ਲੱਗੇ, ਧੰਨ ਹੈ ਤੂੰ ਬੇਟਾ, ਧੰਨ ਹੈ ਤੇਰੇ ਪੇਕੇ ਤੇ ਸਹੁਰੇ ਜਿਨ੍ਹਾਂ ਨੇ ਸਤਸੰਗ ਕੀਤੀ ਆ, ਔਰ ਤੂੰ ਵੀ ਜਿੱਥੇ ਪੇਕਿਆਂ ਦੇ ਘਰ ਵਿੱਚ ਤੂੰ ਸਾਧੂਆਂ ਦੀ, ਸਿੱਖਾਂ ਦੀ, ਗੁਰਮੁਖਾਂ ਦੀ ਸੇਵਾ ਕਰਦੀ ਰਹੀ, ਸਹੁਰੇ ਘਰ ਵਿੱਚ ਵੀ ਤੈਨੂੰ ਉਹ ਵਾਤਾਵਰਨ ਮਿਲਿਆ, ਤੇਰਾ ਪਤੀ ਵੀ ਉਸ ਤਰ੍ਹਾਂ ਦਾ ਮਿਲਿਆ, ਤੂੰ ਉੱਥੇ ਵੀ ਸੇਵਾ ਕਰਦੀ ਰਹੀ, ਤੇਰੀ ਸੇਵਾ ਪ੍ਰਵਾਨ ਹੋਈ। ਅਸੀਂ ਵੀ ਤੈਨੂੰ ਕੁਝ ਭੇਟਾ ਦੇਵਾਂਗੇ ਜਦ ਤੂੰ ਪਤੀ ਦੇ ਨਾਲ ਆਵੇਂਗੀ। ਇਸ ਤਰ੍ਹਾਂ ਬਚਨ ਬਿਲਾਸ ਕਰਕੇ ਬੀਬੀ ਵਾਪਸ ਚਲੀ ਗਈ। ਪਰ ਇਹ ਬੀਬੀ ਹੈ ਕੌਣ, ਪਿੱਛੋਂ ਕੌਣ ਹੈ, ਇਹ ਰੂਹ ਕਿਹਦੀ ਹੈ, ਇਹ ਸਤਿਗੁਰੂ ਅਗਲੀ ਕਥਾ ਵਿੱਚ ਦੱਸਣਗੇ। ਆਓ ਵਿਚਾਰਾ ਆਰੰਭ ਕਰੀਏ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਚਲ ਆਏ ਤੁਮ ਬਾਹੀ, ਤੋ ਧਿਆਨ ਮਮ ਲੰਗਰ ਮਾਹੀ। ਮਹਾਰਾਜ ਜੀ ਮੈਂ ਵੀ ਉੱਠ ਕੇ ਲੰਗਰ ਵਿੱਚੋਂ ਤੁਹਾਡੇ ਦਰਸ਼ਨਾਂ ਲਈ ਆ ਗਈ, ਪਰ ਧਿਆਨ ਮੇਰਾ ਲੰਗਰ ਵਿੱਚ ਹੀ ਰਿਹਾ, ਕਿਉਂਕਿ ਮੇਰਾ ਪਤੀ ਉੱਥੇ ਬੈਠਾ ਹੈ ਔਰ ਉਹ ਚਾਹੁੰਦਾ ਸੀ ਕਿ ਮੈਂ ਨਾ ਹੀ ਜਾਵਾਂ, ਹਾਲੇ ਭੀੜ ਹੈ, ਪਰ ਮੈਂ ਆ ਗਈ। ਔਰ ਆਉਂਦੀ ਆਉਂਦੀ ਤਾਂ ਮੁੜ ਗਈ ਕਿ ਤੁਹਾਡੇ ਚਰਨਾਂ 'ਚ ਭੀੜ ਹੀ ਬਹੁਤ ਲੱਗੀ ਹੋਈ ਸੀ, ਸੰਗਤਾਂ ਦੇ ਦਰਸ਼ਨ ਕਰਨ ਵਾਲਿਆਂ ਦੀ। ਪਾਪਣ ਕੋ ਦਰਸ਼ਨ ਕਹਾਂ, ਚਲ ਕਰ ਆਈ ਤੂੰ ਨਾ ਲਹਾ। ਔਰ ਫਿਰ ਮੈਂ ਸੋਚਿਆ ਕਿ ਮੈਨੂੰ ਪਾਪਣ ਨੂੰ ਕਿੱਥੇ ਦਰਸ਼ਨ ਹੋਣੇ ਹੈ, ਆ ਵੀ ਗਈ, ਫੇਰ ਵੀ ਇੰਨੀ ਭੀੜ ਦੇਖ ਕੇ ਮੈਂ ਰਾਹ ਚੋਂ ਹੀ ਮੁੜ ਗਈ। ਜਾਏ ਕਰ ਮੈਂ ਲੰਗਰ ਸੇਵਾ, ਤਮ ਅੰਤਰ ਜਾਮੀ ਲਖ ਪੀਵਾ। ਫਿਰ ਮੈਂ ਸੋਚਿਆ ਵੀ ਚੱਲ ਮਨਾ ਲੰਗਰ 'ਚ ਹੀ ਸੇਵਾ ਕਰਦੇ ਆ, ਪਰ ਤੁਹਾਨੂੰ ਤੁਸੀਂ ਮਹਾਰਾਜ ਅੰਤਰਜਾਮੀ ਸਰਵ ਕਲਾ ਸਮਰੱਥ, ਸਭ ਦੇ ਹਿਰਦੇ ਦੀਆਂ ਜਾਣਨ ਵਾਲੇ। ਪਟਿਆ ਸਿਖ ਤਨ ਜਾਏ ਹਕਾਰੀ, ਨੇਟ ਹੋਏ ਮੁਝ ਸੰਗ ਉਚਾਰੀ। ਆਪ ਜੀ ਨੇ ਸਿੱਖ ਨੂੰ ਭੇਜ ਕਰਕੇ ਮੈਨੂੰ ਆਪ ਦੇ ਕੋਲ ਬੁਲਾਇਆ, ਔਰ ਮੈਨੂੰ ਕੋਲ ਬੁਲਾ ਕੇ ਮੇਰੇ ਨਾਲ ਕੁਝ ਬਚਨ ਬਿਲਾਸ ਵੀ ਕੀਤੇ ਔਰ ਦਰਸ਼ਨ ਵੀ ਦਿੱਤੇ ਜੀ। ਸਤਿਗੁਰ ਤੋਹਿ ਬੁਲਾਵਨ ਕਰਿਆ, ਸੁਣੇ ਆਨੰਦ ਮੇਰਾ ਔਰ ਭਰਿਆ। ਔਰ ਜਦੋਂ ਸਿੱਖ ਨੇ ਮੈਨੂੰ ਜਾ ਕੇ ਸੁਨੇਹਾ ਦਿੱਤਾ, ਮਹਾਰਾਜ ਮੈਂ ਨਿਹਾਲ ਹੋ ਗਈ ਕਿ ਹੈ ਗੁਰੂ ਨੇ ਕਿਰਪਾ ਕਰਕੇ ਮੈਨੂੰ ਬੁਲਾ ਲਿਆ ਹੈ। ਦਇਆ ਕਰੀ ਮੁਝ ਆਪ ਹਕਾਰਾ, ਆਪ ਕਿਰਪਾਲੂ ਬਿਰਦ ਸੰਭਾਰਾ। ਵਾਕਿਆ ਹੀ ਤੁਸੀਂ ਆਪਣੇ ਬਿਰਧ ਬਾਣੇ ਦੀ ਸੁਭਾਅ ਦੀ ਲਾਜ ਰੱਖਦੇ ਹੋ, ਦਇਆ ਕਰਕੇ ਮੈਨੂੰ ਆਪ ਸੱਦ ਕੇ ਦਰਸ਼ਨ ਦਿੱਤੇ ਹਨ। ਮੁਝ ਪਰ ਹੁਕਮ ਹੋਏ ਜਿਸ ਪਾਤੀ, ਅੰਗੀਕਾਰ ਕਰ ਸੋ ਬਾਤੀ। ਔਰ ਇਸ ਤਰ੍ਹਾਂ ਵਿਚਾਰਾਂ ਕਰਕੇ ਬੀਬੀ ਕਹਿਣ ਲੱਗੀ, ਮਹਾਰਾਜ ਕੀ ਹੁਕਮ ਹੈ, ਜਿਵੇਂ ਤੁਹਾਡਾ ਹੁਕਮ ਹੋਵੇ ਮੰਨਾ ਜੀ। ਕਲਗੀ ਤਰ ਭੈ ਪਰਸਾਨਾ, ਕਹਿਓ ਬਚਨ ਸਿੱਖਣੀ ਤੂੰ ਤਾਨਾ। ਮੇਰੇ ਪ੍ਰੀਤਮ ਕਹਿਣ ਲੱਗੇ, ਬੇਟਾ ਸਿੱਖਣੀਏ ਤੂੰ ਧਨ ਹੋਏ। ਨਹਿਰ ਸਹਰ ਤਨ ਸੋ ਤੇਰੇ, ਜਿਸ ਨੈਣ ਸਰਣ ਸੁਣਿਓ ਇੱਕ ਬੇਰੇ। ਔਰ ਤੇਰੇ ਨਹਿਰ ਪੇਕੇ ਤੇ ਸਹੁਰੇ ਵੀ ਧਨ ਹਨ, ਜਿਨ੍ਹਾਂ ਦੀ ਸੰਗਤ ਕਰਕੇ, ਜਿਨ੍ਹਾਂ ਨੇ ਕੰਨਾਂ ਨਾਲ ਇੱਕ ਵਾਰ ਸੁਣਿਆ ਹੈ, ਉਹ ਵੀ ਧਨ ਹੋ ਗਏ। ਧਰਿਓ ਸਿੱਧ ਸੇਵਨ ਸਿੱਖ ਸੰਤਾ, ਤਥਾ ਸਿਦਕ ਰਾਖੋ ਵਿੱਚ ਕੰਤਾ। ਔਰ ਆਪਣਾ ਸਿਦਕ ਵੀ ਰੱਖਿਆ ਤੇ ਪਤੀ ਦੇ ਵਿੱਚ ਵੀ ਆਪਣਾ ਸਿਦਕ ਰੱਖਿਆ। ਇਹ ਵੱਡੀ ਗੱਲ ਹੈ ਇਸਤਰੀ ਵਾਸਤੇ। ਪਤੀ ਹੀ ਪਰਮੇਸ਼ਰ ਦਾ ਰੂਪ ਹੈ। ਧਨ ਹੈ ਤੂੰ, ਸਾਡੇ ਵਿੱਚ ਵੀ ਸਿਦਕ ਰੱਖਿਆ, ਵੀ ਗੁਰੂ ਦੇ ਦਰਸ਼ਨ ਵੀ ਕਰਨੇ ਹੈ ਤੇ ਪਤੀ ਦੇ ਹੁਕਮ ਚੋਂ ਵੀ ਬਾਹਰ ਨਹੀਂ ਗਈ। ਆਪੇ ਤੁਝ ਪਰ ਭੇਟ ਚੜਾਵੇ, ਪਰ ਪਰਤਾ ਤੇਰਾ ਜਬ ਆਵੇ। ਅਸੀਂ ਵੀ ਤੈਨੂੰ ਭੇਟ ਦੇਵਾਂਗੇ, ਪਰ ਜਦੋਂ ਤੂੰ ਆਪਣੇ ਪਤੀ ਨਾਲ ਆਈ। ਗੁਰੂ ਪਿਆਰੋ, ਬਹੁਤ ਵੱਡੀ ਗੱਲ ਹੈ ਇਹ, ਜਿੱਥੇ ਪਤੀ ਪਤਨੀ ਮੀਆਂ ਬੀਬੀ ਇੱਕ ਦੂਜੇ ਦੇ ਗੁਰੂ ਪਿਆਰਿਓ ਹੁਕਮ ਵਿੱਚ, ਕਹਿਣੇ ਵਿੱਚ ਤੇ ਇਮਾਨਦਾਰੀ ਵਿੱਚ ਹੋਣੇ ਬਹੁਤ ਵੱਡੀ ਗੱਲ ਹੈ। ਇਹਦੇ ਵਿੱਚ ਤਾਂ ਇਸਤਰੀ ਨੂੰ ਤਾਂ
ਥੋੜੀ ਭਗਤੀ ਕਰਿਆ ਹੀ ਬਹੁਤਾ ਫਲ ਮਿਲ ਜਾਂਦਾ ਹੈ। ਜਿਸ ਤਰ੍ਹਾਂ ਮੈਂ ਛੋਟੀ ਜੀ ਘਟਨਾ ਸੁਣਾਵਾਂ ਗੋਇੰਦਵਾਲ ਸਾਹਿਬ ਦੀ। ਸਤਿਗੁਰੂ ਅਮਰਦਾਸ ਮਹਾਰਾਜ ਜੀ ਬੌਲੀ ਸਾਹਿਬ ਬਣਵਾ ਰਹੇ ਨੇ ਗੋਇੰਦਵਾਲ ਸਾਹਿਬ ਵਿਖੇ, ਔਰ ਇੱਕ ਬੀਬੀ ਉੱਥੇ ਸੇਵਾ ਕਰਦੀ ਆ, ਟੋਕਰੇ ਨਾਲ ਮਿੱਟੀ ਪਾ ਪਾ ਕੇ ਬਾਹਰ ਸਿੱਟ ਕੇ ਆਉਂਦੀ ਆ, ਪਟਾਈ ਹੋ ਰਹੀ ਹੈ ਬੌਲੀ ਸਾਹਿਬ ਦੀ। ਔਰ ਸੰਗਤਾਂ ਕੀ ਵੇਖਦੀਆਂ ਕਿ ਆਉਂਦੀ ਜਾਂਦੀ ਕਈ ਵਾਰੀ ਖਾਲੀ ਟੋਕਰੇ ਨੂੰ ਇੱਦਾਂ ਹਿਲਾਉਂਦੀ ਆ, ਔਰ ਇੱਕ ਸੰਗਤਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਆਉਂਦੀ ਕਦੋਂ ਹੈ ਤੇ ਜਾਂਦੀ ਕਦੋਂ ਹੈ, ਕਿੱਥੋਂ ਆਉਂਦੀ ਹੈ ਕਿੱਥੇ ਜਾਂਦੀ ਹੈ। ਕਈ ਦਿਨ ਸੰਗਤਾਂ ਜੱਜਮੈਂਟ ਕਰਦੀਆਂ ਰਹੀਆਂ, ਚਾਣਚੱਕ ਹੀ ਅੰਮ੍ਰਿਤ ਵੇਲੇ ਸੰਗਤਾਂ ਵਿੱਚ ਪ੍ਰਗਟ ਹੋ ਜਾਂਦੀ ਹੈ ਤੇ ਸ਼ਾਮ ਨੂੰ ਚਾਣਚੱਕ ਹੀ ਅਲੋਪ ਹੋ ਜਾਂਦੀ ਹੈ। ਸਿੱਖ ਸੰਗਤਾਂ ਨੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਕੋਲ ਬੇਨਤੀ ਕੀਤੀ, ਪਾਤਸ਼ਾਹ ਬੀਬੀ ਕੌਣ ਆ ਭਲਾ? ਇਹ ਅਚਾਨਕ ਹੀ ਆਉਂਦੀ ਹੈ ਤੇ ਅਚਾਨਕ ਹੀ ਚਲੀ ਜਾਂਦੀ ਹੈ। ਇੱਕ ਦਿਨੇ ਕਈ ਵਾਰੀ ਅਸੀਂ ਇਹਨੂੰ ਖਾਲੀ ਟੋਕਰਾ ਇੱਦਾਂ ਹਿਲਾਉਂਦੇ ਹਾਂ, ਵੇਖਦੇ ਹਾਂ। ਕੋ ਸਤਨਾਮ ਸ੍ਰੀ ਵਾਹਿਗੁਰੂ। ਪ੍ਰੀਤਮ ਜੀ ਨੇ ਖੁਦ ਬੁਲਾ ਹੀ ਲਿਆ ਕੋਲ, ਬੇਟਾ ਤੂੰ ਕਿੱਥੋਂ ਆਉਣੀ ਹੈ? ਕਹਿੰਦੀ ਜੀ ਕਾਬਲ ਤੋਂ। ਹੁਣ ਰੋਜ਼ ਕਾਬਲ ਤੋਂ ਤਾਂ ਬੱਸ ਵੀ ਨਹੀਂ ਐਡੀ ਛੇਤੀ ਪਹੁੰਚਦੀ। ਕੋ ਸਤਨਾਮ ਸ੍ਰੀ ਵਾਹਿਗੁਰੂ। ਗੋਇੰਦਵਾਲ ਸਾਹਿਬ ਵਿਖੇ ਕਾਬਲ ਤੋਂ, ਅੱਛਾ ਬੜੀ ਭਗਤੀ ਹੈ ਤੇਰੀ ਬੇਟਾ। ਪਾਤਸ਼ਾਹ ਤਾਂ ਜਾਣਦੀ ਹੈ, ਪਰ ਸੰਗਤਾਂ ਨੂੰ ਸੁਣਾਉਣ ਵਾਸਤੇ ਤੂੰ ਇੰਨੀ ਪਾਵਰ ਜਿਹੜੀ ਪਾਈ ਹੈ ਬੇਟਾ, ਚੰਗੀ ਗੱਲ ਹੈ, ਪਰਮੇਸ਼ਰ ਨੇ ਕਿਰਪਾ ਕੀਤੀ ਹੈ ਤੇਰੇ ਤੇ, ਤੂੰ ਇੰਨੀ ਦੂਰੋਂ ਆਉਣੀ ਹੈ ਸੇਵਾ ਕਰਨ ਵਾਸਤੇ, ਪਰ ਕਦੇ ਕਦੇ ਟੋਕਰਾ ਕਿਉਂ ਇੱਦਾਂ ਹਿਲਾਉਣੀ ਆ? ਕਹਿੰਦੀ ਜੀ ਮੇਰਾ ਬੱਚਾ ਛੋਟਾ ਹੈ, ਮੈਂ ਉਸ ਨੂੰ ਰਜਾ ਕੇ ਜਲ ਪਾਣੀ ਛਕਾ ਕੇ ਦੁੱਧ ਆਦਿ ਪਿਆ ਕੇ ਪੀਂਘੇ 'ਚ ਪਾ ਆਉਣੀ ਆ, ਤੇ ਜਦੋਂ ਮੈਨੂੰ ਇੱਥੇ ਫਿਰਦੀ ਨੂੰ ਐਂ ਲੱਗਦਾ ਕਿ ਬੱਚਾ ਰੋ ਰਿਹਾ, ਉਦੋਂ ਮੈਂ ਟੋਕਰੇ ਨਾਲ ਪੀਂਘਾ ਹਿਲਾ ਦਿੰਦੀ ਹਾਂ। ਟੋਕਰਾ ਇੱਥੇ ਹਿਲਾਇਆ ਤੇ ਪੀਂਘਾ ਕਾਬਲ 'ਚ ਹਿੱਲ ਗਿਆ। ਕੋ ਸਤਨਾਮ ਸ੍ਰੀ। ਤਾਂ ਗੁਰੂ ਪਿਆਰਿਓ, ਸੰਗਤਾਂ ਦੀ ਤਸੱਲੀ ਕਰਾਉਣ ਵਾਸਤੇ ਪਾਤਸ਼ਾਹ ਪੁੱਛਦੇ ਆ, ਬੇਟਾ ਤੂੰ ਇੰਨੀ ਸ਼ਕਤੀ ਕਿਵੇਂ ਪਾਈ? ਕਹਿੰਦੇ ਜੀ ਤੁਸੀਂ ਜਾਣਦੇ ਹੀ ਹੋ। ਨਹੀਂ, ਇਹਨਾਂ ਦੇ ਵਾਸਤੇ ਦੱਸ ਦਿਓ। ਮਾਰੇ ਪਤੀ ਦੀ ਸੇਵਾ 'ਚ ਪਾਈ ਹੈ, ਪਤੀ ਦੇ ਹੁਕਮ ਅੰਦਰ ਰਹਿੰਦੀ ਹਾਂ, ਉਹਦੀ ਸੇਵਾ ਕਰਦੀ ਹਾਂ। ਔਰ ਇੱਕ ਦਿਨ ਉਸ ਨੇ ਮੈਨੂੰ ਹੁਕਮ ਲਾਇਆ, ਮੈਂ ਉਹਦਾ ਹੁਕਮ ਮੰਨ ਕਰਕੇ ਉਹ ਬਚਨ ਪੂਰੇ ਕੀਤੇ। ਜਿਸ ਤਰ੍ਹਾਂ ਇਹ ਸਾਖੀ ਬਾਬੇ ਫਰੀਦ ਨਾਲ ਵੀ ਜੁੜਦੀ ਹੈ ਤੇ ਇਹ ਸਾਖੀ ਇਸ ਤਰ੍ਹਾਂ ਵੀ ਹੈ। ਕਹਿੰਦੇ ਅੱਧੀ ਰਾਤ ਨੂੰ ਉਸ ਨੇ ਪਾਣੀ ਮੰਗਿਆ, ਪਏ ਪਏ ਫੀਲ ਹੋਇਆ ਵੀ ਮੂੰਹ ਸੁੱਕਦਾ, ਪਾਣੀ ਪੀਣਾ ਸੀ। ਬੋਲ ਕੇ ਉਹ ਤਾਂ ਪਿਆ ਪਿਆ ਹੀ ਬੋਲਿਆ, ਤੇ ਕਹਿੰਦੀ ਮੈਂ ਉੱਠ ਕੇ ਪਾਣੀ ਦਾ ਬਾਟਾ ਭਰ ਕੇ ਲਿਆਈ। ਮੇਰੇ ਆਉਂਦੀ ਨੂੰ ਉਹ ਸੌਂ ਗਿਆ। ਮੈਂ ਸੋਚਿਆ ਜੇ ਪਾਣੀ ਰੱਖ ਕੇ ਮੈਂ ਪੈ ਗਈ, ਇਹਨੂੰ ਫਿਰ ਪਿਆਸ ਲੱਗਣੀ ਹੈ, ਜੇ ਮੈਂ ਠਾਇਆ ਨੀਂਦ ਖਰਾਬ ਹੋ ਜੂ। ਖੜੇ ਰਹੋ ਮਨਾ, ਜੇ ਪਿਆਸ ਲੱਗੀ ਹੈ ਫਿਰ ਮੰਗੂਗਾ। ਉਹਨੇ ਫਿਰ ਥੋੜ੍ਹੇ ਸਮੇਂ ਬਾਅਦ ਕਿਹਾ ਪਾਣੀ ਪੀਣਾ ਸੀ। ਮੈਂ ਕਿਹਾ ਲਓ ਜੀ। ਉਹ ਅਚਾਨਕ ਕਹਿਣ ਲੱਗਿਆ ਵੀ ਤੂੰ ਐਡੀ ਜਲਦੀ ਕਿਵੇਂ ਆ ਗਈ? ਮੈਂ ਕਿਹਾ ਜੀ ਮੈਨੂੰ ਤਾਂ ਘੰਟਾ ਹੋ ਗਿਆ ਖੜੀ ਨੂੰ, ਤੁਸੀਂ ਪਹਿਲਾਂ ਵੀ ਪਾਣੀ ਮੰਗਿਆ ਸੀ। ਬਸ ਮੇਰੀ ਇੰਨਾ ਬਚਨ ਸੁਣ ਕੇ ਉਹ ਮੇਰੇ ਵੱਲ ਖੁਸ਼ ਹੋ ਕੇ ਦੇਖਿਆ। ਨਜ਼ਰੀ ਨਜ਼ਰ ਨਿਹਾਲ ਇਹਨੂੰ ਕਹਿੰਦੇ ਆ। ਗੁਰੂ ਵੀ ਕਰਦਾ ਹੈ, ਜੇ ਪਤੀ ਵੀ ਇਸਤਰੀ ਤੇ ਖੁਸ਼ ਹੋ ਜਾਵੇ ਤੇ ਉਹ ਤੇ ਵੀ ਬਖਸ਼ਾਂ ਹੋ ਸਕਦੀਆਂ। ਕੋ ਸਤਨਾਮ ਸ੍ਰੀ। ਬਸ ਐਸੀ ਕਿਰਪਾ ਹੋ ਗਈ ਮਹਾਰਾਜ। ਮੈਂ ਪਤੀ ਦੇ ਹੁਕਮ ਅੰਦਰ ਆਉਂਦੀ ਹਾਂ, ਪ੍ਰਸ਼ਾਦਾ ਪਾਣੀ ਬਣਾ ਕੇ ਉਹਨਾਂ ਨੂੰ ਛਕਾ ਕੇ ਫਿਰ ਮੈਂ ਆਉਂਦੀ ਹਾਂ ਤੇ ਸਮੇਂ ਨਾਲ ਸ਼ਾਮ ਨੂੰ ਚਲੀ ਜਾਂਦੀ ਹਾਂ ਤੁਹਾਡੀ ਕਿਰਪਾ ਦੇ ਨਾਲ। ਇਸ ਕਰਕੇ ਇਹ ਬਹੁਤ ਵੱਡੀ ਭਗਤੀ ਹੈ। ਇਸਤਰੀ ਵਾਸਤੇ ਤਾਂ ਪਤੀ ਹੀ ਪ੍ਰਤੱਖ ਪਰਮੇਸ਼ਰ ਹੈ, ਪਰ ਸ਼ਰਤ ਹੈ ਜੇ ਦੋਨੇ ਪਰਮੇਸ਼ਰ ਨਾਲ ਜੁੜੇ ਹੋਣ। ਕਹੋ ਸਤਨਾਮ ਸ੍ਰੀ। ਗੁਰੂ ਕਿਰਪਾ ਕਰਨ, ਅੱਗੇ ਚੱਲੀਏ। ਸਤਿਗੁਰੂ ਪਾਤਸ਼ਾਹ ਕਹਿੰਦੇ ਬੇਟਾ ਅਸੀਂ ਵੀ ਤੈਨੂੰ ਕੋਈ ਭੇਟਾ ਦੇਵਾਂਗੇ ਜਦੋਂ ਤੂੰ ਆਪਣੇ ਪਤੀ ਨਾਲ ਆਈ। ਦੇਵੀ ਅਵ ਕਰੋ ਪਿਆਨਾ ਭਈ ਪਾਵਨੀ ਪੂਰ ਮਹਾਨਾ। ਜਾਓ ਦੇਵੀ ਜਾਓ, ਹੁਣ ਤੁਸੀਂ ਸੇਵਾ ਕਰੋ, ਤੁਹਾਡੀ ਭਾਵਨਾ ਪੂਰੀ ਹੋਏ ਜੇ। ਕਰ ਸੇਵਾ ਘਰ ਹੀ ਮੈਂ ਰਹਾ, ਰਾਹਰ ਮਿਲਨ ਕਰ ਕਸੋ ਲਹਾ। ਔਰ ਤੂੰ ਆਪਣੇ ਘਰ ਵਿੱਚ ਹੀ ਲੰਗਰ ਦੀ ਸੇਵਾ ਕਰਿਆ ਕਰ। ਗੁਰੂ ਨੂੰ ਮਿਲਦਾ ਉਹੀ ਰਾਹ ਸਹੀ ਹੈ। ਭਾਵ ਜੇ ਸਾਡੇ ਘਰ ਵਿੱਚ
घर सुख बसिया बाहर सुख पाया कहो नानक गुर मंत्र दृढ़ाया। जे घरों लड़के आइए घर दे बजुर्ग मंगण पानी, लै मैं सेवा करन जाना मैं लेट हो गई मैथों नहीं आपे डफ ला, फिर तुहाडी कोई सेवा नहीं लगनी। कहो सतनाम श्री घरे सैट सफाई करके परिवार नूं खुश करके फिर इत्थे आओगे, फिर गुरु दीयां खुशियां मिलणीਆਂ। कहो सतनाम श्री इस करके गुरु कृपा करन। पातशाह भी यही कहते हैं घर सुख वसिया बाहर सुख पाया कहो नानक गुर मंत्र दृढ़ाया। ये मंत्र गुरु साहब जी दिंदे आ, कहने बेटा कोई गल नहीं तू अपने घर भी सेवा करिया कर, साधुआं संतां दी सिखां दी, जो कोई आउंदा भुखा नंगा लोड़वंद तेरी ओथे सेवा प्रवान हो जानी है। और फिर जिथे किते उतारा कीता सी आनंदपुर साहब च, और गुरु प्यारो अपने पति नूं सारी गल दसदी है। प्रभु दर्शन दे गए अपर सकल निज निज थल पए। और इस तरह सतगुरु अज मेरे ते त्रुठ गए ते मैनू दर्शन दे गए हन। इस तरह बीबी ने जाके सारी गल दसी, दीवान की समाप्ति हो गई जी। जब दूजा दिन चढ़िया गुरु प्यारिओ दोबारा दीवान सजिया और नाले घर वाल नूं कहनी तुसीं तड़के नाल चलो, गुरु साहब ने बुलाया तुहानू भी, कहते तुहाडे ते कृपा करनी है। ते दूजे दिन फिर दीवान विच अपने पति नूं नाल लैके आ गए जी। और जदों दोने जने आए ते फिर पातशाह ने पूछया सिखणीए तू किहदी सिखणी है। सुनिए पातशाहों प्रभु साचे। और पातशाह जी ने बचन पूछया जा तू किहदी सिखणी है, ते कुछ बीबी शर्मा गई भी हुण मैं इहदा की जवाब देवां। जेकर गुर होवत अनजाना तो बतावहि भेद बखाना। मेरे सामने मेरा पति भी मेरे नाल खड़ा है, हुणे गुरु साहब ने ये गल काहदे वास्ते पूछी है। संगत सुनत पढ़ियो तिस बेरी कहो सिखा सिखनी एह तेरी। और संगत फिर बाली काली जिहड़े कोई बैठा सी कोले, वो कहंदा दसना यार तू भी जी मेरी सिखनी है, मेरी घर वाली है। दोहरा तन मन तन कर को सवै ममता छोड़ी दूर, देह संजोगी नार है सिख सिखनी कर तू। ये हुंदियां रमजां परमेश्वर दे प्यारियां दियां। हुण सिख तां आपां गुरु दी आ ना, ये बीबियां सिखणियां ते सिखणियां तां गुरु दियां ही सारियां। पति दी तां पत्नी है ना। कहो सतनाम श्री गल सीगी रमज वाली। बीबी तो शर्मा के चुप कर गई, कुछ बोली ना। सिख भी सोचां च पै गया भी गुरु साहब नूं पता ही है हुण इह च की दसीए भी सिखणी किहदी आ। संगत ने दूजा अर्थ कढ लिया भी शायद गुरु कोई तू पत्नी किहदी आ, तो सामने खड़ा जिहड़ा उहदे घर वाला है। पर घर वाले ने जवाब दिता, कहंदा तन मन धन गुरु को सबे ममता छोड़ी दूर। महाराज असीं तन मन धन करके तुहाडे ही आ, साडी कोई मोह ममता नहीं है, पर देह संजोगी नार है। जे शरीर करके पुछदे हो तो ऐ शरीर दोनों का संयोग है। देह का संयोग करके मेरी पत्नी है, स्त्री है, पर सिख सिखनी गुर धूर असी हाँ तो तुहाडे ही सिख महाराज। पातशाह भी समझ गए भी सिख नूं मेरी राम जी की समझ आ गई। देखो दूजे काली कर दस ना तू मेरी घर वाली है। वो कहते बाबे ने इन्हें पूछेगा, बाबे ने पूछया सिख किहदे असी। धन गुरु नानक देव जी एक इलाके च गए है, एक टापू ते उत्थे झंडा वाढी एक तरखाना का मुंडा एक राजे का मामा, दोने भजन बंदगी करते है। तो गुरु प्यारे हो जो राजे का मामा सीगा वो भी उत्थे ही रहिंदा है। झंडा वाढी तरखान है। पहला भाई मरदाने नूं झंडे वाढी नूं मिलन भेजिया।
फिर झंडा वाढी जिहड़ा है उस नूं सद्दण वास्ते पातशाह जी दे लई मरदाना गया ते उहनूं सद के लिआंदा, गल्लां बातां कीतियां। ते फिर गुरु प्यारिओ झंडे वाढी नूं पुछया सत्संग किवें करदा? कहंदा जी एक मेरा दोस्त है, असीं दोने इकट्ठे करदे हां। कहंदे जा फिर उहनूं सद के लिआ, दोने गल करांगे इकट्ठे हो के। वो सद्दण गए अपने दोस्त नूं ते नाले अपने घरों कुछ छकण वाला भोजन ले आया, चाहे प्रशादा बना लिया, चाहे फल फ्रूट टोकरी भर लिया। वो लिया के पातशाह दे मूहरे रखती। ते पातशाह गुरु नानक पातशाह जी ने पूछया ये की आ बई? कहंदा जी भोजन है। कौन लैके आया? जे तां झंडा वाढी कहंदा मैं लैके आया, फिर तां पातशाह ने जजमेंट की कि भगती कित्थे क पहुंची है, हजे दी मैं ही नहीं खत्म होई। को सतनाम श्री। पर झंडा वाढी भी गुरु प्यारो कुछ लग्या सी भगती भावना च। जो पातशाह ने पूछया की है? कहंदे भोजन है जी, छक लो। कहंदे कौन लैके आया? कहंदे जी भेजिया तो परमेश्वर ने है, मैं चक लिया आया। गल सोहनी आ। को सतनाम श्री। ये मैं आ जिहड़ी बड़ी सूखम होके बंदे च वड़दी आ ते कदे कदे सतगुरु रमजा मारदे आ। सिख ने कहा जी तन मन धन सब सोडा ही है, बस संजोग करके असी पति पत्नी हाँ। पातशाह कहने बड़ा सियाणा निकलिया तू। परंतु को कह सद कोई होए जाहे की सुनी है सोई। पर तहानू हजे भी एक गल दा नहीं पता गा। दोनों नू कहने तहानू हजे भी एक गल दा नहीं पता, मैं तहानू दसदा। प्रथम जन्म का भगत कबीरा, होता तू ही सिमरत हर तीरा। कहने तू भगत कबीर सीगा, ये तेरी लोई सी। तुसी कई जन्मां तो पति पत्नी बनते आ रहे हो। तब एह सिखनी लोई, एक दिन कहे सुनहो तुम सोई। तू कबीर भगत सीगा, पुरानी रूह सतगुर तो सब जानते है। कहने तू भगत कबीर सीगा, ये तेरी घर वाली लोई सी। एक दिन तू इस नूं कहा लोई सुनो जन्म तै धरियो, कौन लाभ आन तै खाटन करियो। ते तुसी लोई नूं कहा भी लोई तू जन्म तां लिया मनुखा, मानस जामा है। मानस जामा इस्त्री का भी मनुख का भी साझा, इनू मानस जामा कहने आ। दोनों नूं ही हक है परमेश्वर नूं पाउण दा। दोने एक दूजे तो घट नहीं है, दोने एक दूजे दे पूरक है। तू लोई नूं कहा लोई तै जन्म लैके की लाभ खटिया? सुन क्या कहता भाई संगता है, आजा रीत सेवा की मोहे। ते तुसी फिर लोई जी तुसी कहा सीगा कि महाराज हाले मैनू तुहाडी सेवा करन दी रीझ है, शौक है। रीझ हुंदा शौक, हजे मैनू तुहाडी सेवा दा शौक है। तब कबीर तै साथ कहे ही, नह ग्रहीना राहो है एही। तां तुसी की कहा सीगा कबीर साहब जी अपनी इस्त्री नू कि इस्त्रियां दा ये राह नहीं है। जो मर्जी भरता की होए, उचित पार जाता रह सोए। इस्त्री नू अपने पति दी मर्जी मुताबिक चलना चाहिए। जो पति दी मर्जी होवे इस्त्री नू उवें चलना चाहिए जे। सेवा करन वासना तेरी, जन्म धरो पुण जग एक बेरी। जे तेरी सेवा करन दी ये वासना रहेगी ना, तैनू दोबारा फिर सेवा करने वास्ते मानस जामा धारण करना पैना। कर खतरी जन्म इस काला, होए श्री नानक पंथ विसाला। और उस वेले फिर तू ये कहा सीगा कि खत्रियां दे घर विच गुरु नानक बन के रब आया है। गुरदर्श गुर पाक सुना है, कौन उदार सेवे होए है जय। और तुसी उदों कहा सी क्योंकि कबीर भी वड्डा भगत होया है। कबीर जी का भी शरीर नहीं मिलिया किसी नूं, जदों शरीर त्यागया उन्होंने भी। कहंदे तुसी उस वेले कहा सीगा चंगा फिर तैनू एक जन्म होर लेना पऊ जे तैनू सेवा की भावना रहेगी, क्योंकि जो इच्छा असी रखते हैं मरन वेले वो जरूर परमेश्वर पूरी करता है। जे सिमन भजन की इच्छा रहेगी तो फिर वो वास्ते भी परमेश्वर तुहानू अगला जन्म मानस जामा देऊगा। तो हुण की होया, कहन लगे तू जिहड़ी रख ली है ना भावना हजे सेवा करन दी, तो इस वास्ते तैनू आउण वाले समय विच खत्रियां दे घर परमेश्वर ने गुरु नानक बन के आउणा है जी।
लोई चरण पर परी दीन होए तब बेनती करी। और गुरु दर्शै गुरु भाग सुने है भुन आधार सेव हुए जय है। फिर तू गुरु के दर्शन करेंगी, गुरु के बचन सुनेगी, फिर तेरा उधार होना। तो लोई कहन लगी चरना विच पै के बेनती कर दी है। तुम बेदासी को मत त्यागा मेरी प्रीत देख अनुराग। और तुसी फिर अगों कहा बीबी ने कि महाराज मैं अगला जन्म धारा ते तुसी मेरे पति भी बन के आए हो। को सतनाम सी तुसी मैनू त्यागना नीगा, मैं तुहाडी सेवा विच भी रवां। कहो कबीर साधनी सुनिए सेवा करनी पी भाल जनिए। तो फिर कबीर साहब ने कहा सीगा लोई साधनीए, भाव ये बचन है गुरमुखां दे प्यार च कहण वाले। साध भी कह दिंदे आ, साधनी कह दिंदे आ। उस वेले साध कह दिंदे सीगे, कबीर साहब नूं साध कह दिंदे होणगे। कहन लगे साधनी सुनिए सेवा करनी चंगी गल है। भाई भावना जे इम तोही जन्म होए तेरे संग मोही। जे तेरी ये भावना बन गई कि तू फिर मैनू प्राप्त करना है तो फिर अपना जन्म फिर होवेगा। इनके जन्म धर्यो तब दोई पूर्व की सद रही न कोई। तो मनुख नूं पिछले जन्मां दी सुध नहीं रहिंदी, है तो गुरु दिखा देवे तो दिखा देवे। कहन लगे पातशाह जी हुण तुसी दोबारा फिर कबीर ते लोई रूहां ने जन्म धारिया है। कहियो के समासो पूर्व तेरा गुर बिन न जागे इस बीरा। इस करके तहानू पूर्वले जन्म की याद नहीं सी, गुरु की कृपा तो बगैर नहीं समझ आउंदी। इतनो कै गुर कीन प्रसाद निज कर दीन कराहा प्रसाद। इन्नी गल करदियां ही सतगुरां ने अपने कोलों बाटे चों प्रसाद अपने हथ नाल दोनां नूं दिता। कल पातशाह ने कहा सी ना भी जो तुसीं दोने पति पत्नी आओगे फिर तुहानू एक भेंट देवांगे। वो भेंट आही सी ज्ञान दी, और ज्ञान दिता ते नाल कड़ा प्रसाद जा दिता ते छकिया ते इन्हां दे वज्र कपाट खुल गए। सिख सिखनी मुख पावन कीना खुल कपाट पाठाट नवीना। जदों पातशाह दिता प्रसाद छकिया ते अंदरों मत बदल गई, बुद्ध बदली सिद्ध पाई। ऐसी कृपा हो गई मानो बाहरला संसार ही बदल गया है। बहुत सकल सदयाई जिम जिम बीती मत विसमाई। हुण कहंदी उन्हां नूं पिछला कबीर साहब दे जन्म जो जो होया सीगा वो सारा कुछ याद आउण लग्या जी। बोले हाथ जोर मुखी जोवे हम प्रता बाप आप को होवे। हथ जोड़ के कहन लगे महाराज साडे प्रति आप जी दा कोई होर वचन होवे तां दसो। करी पीड़ ग्रंथ साहिब जावे दियो बदेह दर्श तम तवे। सतगुरु पातशाह जी कहंदे जदों ग्रंथ साहिब जी दा बीड़ तैयार कीती सी उदों भी तुसी आए सीगे। गुरु अर्जन देव जी ने कहा सीगा। भाई गुरदास जी ने पूछया महाराज बाकी तो बाणी ठीक है गुरुआं दी लिखवा रहे हो, पंजां गुरुआं दी अपने तक, पर भगत कौन है महाराज? ते भाई साहब जी नूं सतगुरु पातशाह कहन लगे ये जिहड़े भगत जिन्हां ने सच ते पहरा दिता है, सच दा बोल बाला कीता है, झूठियां दे नाल आडा विढ़िया उन्हां नूं मूंह ते झिड़किया, जिन्हां लोकां ने साडे मुताबक चलना कीता है, ये उन्हां दी बाणी है। भाई गुरदास जी कहंदे महाराज दर्शन तां करवा दिओ कदे। कहंदे कोई नहीं दर्शन भी करवा देंगे। फिर कुछ दिनों बाद कहन लगे कल नूं थोड़ा सदेहा आयो। तो दूजे दिन भाई गुरदास जी थोड़ा सदेहा गए तो की देखते हैं जिथे हुण प्रैस लगी है ना इत्थे तंबू लाया सीगा। जिहड़ा सरोवर है वो गुरु प्यारिओ छपड़ी सी एक जिहदे विचों शाही वास्ते पानी वरतिया सीगा। तां इत्थे सरोवर दे कोल तंबू ला के इत्थे बैठ के सारी लिखाई की गई सीगी। ते जदों भाई गुरदास जी गए थोड़ा समा पहला की वेखदे है कुछ रूहां 15-20 उस तंबू दे विचों निकल के बाहर नूं जा रहीआं, जिन्हां दीआं पिट्ठां ढूईआं भाई गुरदास जी ने जांदियां वेखीआं। ते फिर पातशाह जी दे कोल पहुंचे। महाराज यह कहंदे यही भगत सन सारे
ਜਿਹੜੇ ਆਪੋ ਆਪਣੇ ਪ੍ਰਾਤਨ ਕੀਤੇ ਹੋਏ ਬਚਨ ਲਿਖਾਉਣ ਆਉਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਤੁਸੀਂ ਉਦੋਂ ਵੀ ਦਰਸ਼ਨ ਦਿੱਤੇ ਸੀ। ਸਹਿਤ ਹੋਏ ਆਏ ਪੂਰਬ ਬਾਣੀ ਦੇਹੋ ਸੁਨਾਏ। ਉਦੋਂ ਤੁਸੀਂ ਬਿਨਾਂ ਦੇਹ ਤੋਂ ਆਏ ਸੀਗੇ, ਸੂਖਮ ਰੂਪ ਲੈ ਕੇ ਆਏ ਸੀਗੇ। ਹੁਣ ਤੁਸੀਂ ਕਬੀਰ ਤੇ ਲੋਈ ਦੇਹ ਕਰਕੇ ਆ ਗਏ ਹੋ। ਤੁਹਾਡੀ ਪੁਰਾਣੀ ਬਾਣੀ ਸੁਣਾਓ ਕੋਈ। ਜਿਸ ਕੋ ਸੁਨ ਕਰ ਸੰਗਤ ਪ੍ਰੀਤਾ ਆਏ ਸਰਬ ਕੇ ਹਿਰਦੇ ਪ੍ਰਤੀਤਾ। ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਮੈਂ ਐਵੇਂ ਨਹੀਂ ਕਹਿ ਰਿਹਾ। ਤੁਸੀਂ ਆਪਣੀ ਪੁਰਾਣੀ ਬਾਣੀ ਸੁਣਾਓ ਜਿਹੜੀ ਕਬੀਰ ਦੇ ਜਾਮੇ ਚ ਉਚਾਰੀ ਸੀ। ਤਬ ਕਬੀਰ ਗਨ ਸ਼ਬਦ ਸੁਨਾਏ ਜਨਮ ਪ੍ਰਥਮ ਕੇ ਜਥਾ ਬਨਾਏ। ਉਹ ਜਿਨ੍ਹਾਂ ਸਿੱਖਾਂ ਨੇ ਕਦੇ ਬਾਣੀ ਗਾਈ ਨਹੀਂ ਸੀ, ਪੜ੍ਹੀ ਨਹੀਂ ਸੀਗੀ, ਉਹਨਾਂ ਨੇ ਫਿਰ ਉਸ ਵੇਲੇ ਸੰਗਤ ਦੇ ਵਿੱਚ ਕਬੀਰ ਸਾਹਿਬ ਜੀ ਦੇ ਕੁਝ ਸ਼ਬਦ ਜੋ ਸਾਡੀ ਬਾਣੀ ਵਿੱਚ ਵੀ ਹੈ ਔਰ ਗੁਰੂ ਪਿਆਰਿਓ ਇਹਨਾਂ ਸਿੱਖਾਂ ਨੇ ਜਦੋਂ ਸੁਣਾਉਣੇ ਕੀਤੇ ਸਾਰੀਆਂ ਸੰਗਤਾਂ ਨੇ ਸੁਣੇ। ਭੋਗ ਪਾਈ ਕਰ ਸੀਸ ਨਿਭਾਇਓ ਸ੍ਰੀ ਮੁਖ ਤੇ ਤਬ ਇਹ ਫਰਮਾਇਓ। ਤੋ ਸ਼ਬਦ ਪੂਰਾ ਹੋ ਜਾਵੇ ਤੇ ਸਮਝੋ ਭੋਗ ਪੈ ਗਿਆ, ਭਾਵ ਕੁਝ ਸ਼ਬਦ ਸੰਪੂਰਨ ਸੁਣਾਏ। ਨਮਸਕਾਰ ਕੀਤੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਸਭ ਭਗਤਨ ਸਰਦਾਰ ਕਬੀਰਾ ਰਜਿਆ ਗੁਰੂ ਕਿਆ ਪੰਥ ਗਹੀਰ। ਤੋ ਭਾਈ ਭਗਤਾਂ ਦੇ ਵਿੱਚੋਂ ਵੱਡਾ ਭਗਤ ਕਬੀਰ ਹੈ। ਸਰਦਾਰ ਹੁੰਦਾ ਵੱਡਾ, ਕਬੀਰ ਜਿਹੜਾ ਹੈ ਸਾਰੇ ਭਗਤਾਂ ਦੇ ਸਰਦਾਰ ਹੈ, ਵੱਡਾ ਭਗਤ ਹੈ। ਜਦੋਂ ਪੰਥ ਰਚਿਆ ਆਪ ਸਿੱਖਣ ਘਰ ਜਨਮ ਹੋ ਜਾਏ ਸੋ ਧਰਮ ਰਖਨ ਹਿਤ ਵੇਖ ਬਣਾਏ ਸੋ। ਆਓ ਹੁਣ ਇਹਨਾਂ ਨੇ ਸਿੱਖਾਂ ਦੇ ਘਰੇ ਜਨਮ ਲੈ ਕਰਕੇ ਜਿਹੜਾ ਹੈ ਧਰਮ ਰੱਖਣ ਹੇਤ ਇਹ ਪੰਜ ਕਕਾਰ ਧਾਰਨ ਕਰਨੇ ਹਨ। ਜੋ ਕੋ ਕਰ ਬਹੁ ਨਿਰਬਾਹੂ ਉਤਰ ਸਿੱਖਣ ਕੇ ਘਰ ਮਾਹੂ। ਇਸ ਤਰ੍ਹਾਂ ਕਲਯੁਗ ਦਾ ਨਿਰਵਾਹ ਕਰਨ ਵਾਸਤੇ ਸਿੱਖਾਂ ਦੇ ਘਰਾਂ ਵਿੱਚ ਉਤਾਰਾ ਕਰੋ, ਭਾਵ ਤੁਹਾਡਾ ਸਿੱਖਾਂ ਦੇ ਘਰ ਜਨਮ ਹੋਇਆ, ਹੁਣ ਤੁਸੀਂ ਸਿੰਘ ਸਜੋ ਔਰ ਸੁਣ ਪ੍ਰਭ ਤੇ ਸਿੱਖ ਸਿੱਖਣੀ ਜਾਗੇ ਗਮਨੇ ਸਾਧਨ ਜੋਗ ਕੋ ਲਾਗੇ। ਅੱਜ ਇਹਨਾਂ ਦੇ ਅੰਦਰ ਪਾਤਸ਼ਾਹ ਨੇ ਦੁਬਾਰਾ ਭਗਤੀ ਪ੍ਰਗਟ ਕਰ ਦਿੱਤੀ ਹੈ, ਕਿਉਂਕਿ ਸਤਿਗੁਰੂ ਜਾਗ ਲਾਉਂਦਾ ਹਮੇਸ਼ਾ। ਜਾਗ ਕਿੰਨਾ ਕੁ ਪਾਉਣੇ ਆਪਾਂ ਦਹੀਂ ਦੇ ਲਈ, ਬਸ ਗੁਰੂ ਜਾਗ ਲਾ ਦਿੰਦਾ, ਮੁੜ ਕੇ ਅੰਦਰੋਂ ਆਤਮਾ ਜਾਗ ਪੈਂਦੀ ਆ, ਸੁੱਤੀ ਹੋਈ ਜ਼ਮੀਰ ਜਾਗ ਪੈਂਦੀ ਆ, ਮਨੁੱਖ ਦੀ ਸੋਝੀ ਆ ਜਾਂਦੀ ਆ। ਇਸੇ ਤਰ੍ਹਾਂ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਾਗ ਲਾ ਦਿੱਤੀ ਇਹਨਾਂ ਦੇ ਅੰਦਰ ਔਰ ਇਹਨਾਂ ਦੀ ਪਿਛਲੀ ਭਗਤੀ ਜਾਗ ਪਈ ਹੈ। ਮਨ ਵਚਨ ਭਗਤ ਸਮਦਾਈ ਸਿੱਖਣ ਕਰੇ ਜਨਮ ਧਰ ਆਏ। ਔਰ ਕਬੀਰ ਸਾਹਿਬ ਤੋਂ ਬਗੈਰ ਹੋਰ ਵੀ ਉਹਨਾਂ ਸਾਰੇ ਭਗਤਾਂ ਨੇ ਗੁਰੂ ਸਾਹਿਬ ਦੇ ਸਮੇਂ ਅਲੱਗ-ਅਲੱਗ ਥਾਵਾਂ ਤੇ ਜਨਮ ਧਾਰੇ। ਤਬ ਕਹਿ ਹੋਏ ਸੇਵਾ ਲਾਗੇ ਤਰਕਨ ਸੰਗ ਜੰਗ ਮਹਿ ਜਾਕੇ। ਜਿਨ੍ਹਾਂ ਨੇ ਪੰਥ ਵਿੱਚ ਆ ਕੇ ਸੇਵਾ ਵੀ ਕੀਤੀ, ਗੁਰੂ ਕੇ ਸਿੰਘ ਸਜ ਕੇ ਔਰ ਜੰਗ ਦੇ ਮੈਦਾਨ ਵਿੱਚ ਸ਼ਸਤਰ ਵੀ ਚਲਾਏ। ਖਾਲਸਾ ਤੇਜ ਵਿਸਾਲਾ ਕੇਸ ਕਾਸ਼ ਤਰ ਸ਼ਸਤਰ ਕਰਾਲਾ। ਇਹੋ ਖਾਲਸਾ ਪੰਥ ਜਿਹੜਾ ਸੀਗਾ ਵਿਸਾਲਾ ਵੱਡਾ ਪੰਥ ਸਾਜਿਆ ਗਿਆ, ਤੇਜ ਪ੍ਰਤਾਪ ਵਾਲਾ। ਜਿਵੇਂ ਦੁਪਹਿਰ ਦਾ ਸੂਰਜ ਹੁੰਦਾ ਜੇਠ ਦੇ ਮਹੀਨੇ ਦਾ, ਐਸਾ ਪ੍ਰਤਾਪ ਖਾਲਸਾ ਪੰਥ ਦਾ ਫੈਲਣ ਲੱਗਿਆ। ਔਰ ਕੇਸਾ ਧਾਰੀ ਹੋ ਕੇ, ਸਾਬਤ ਸੂਰਤ ਹੋ ਕੇ, ਕਾਸ਼ ਭਾਵ ਕਸ਼ਹਿਰਾ ਪਹਿਨ ਕੇ, ਇਹ ਪਹਿਲੀ ਵਾਰ ਗੁਰੂ ਸਾਹਿਬ ਦੇ ਹੁਕਮ ਦੇ ਨਾਲ ਲੋਕ ਜਿਹੜੇ ਸਨ ਉਹ ਕਸ਼ਹਿਰਾ ਪਹਿਨਣ ਲੱਗੇ। ਸਿੱਖ ਸੰਗਤਾਂ ਖਾਸ ਕਰਕੇ ਪਹਿਨਣ ਲੱਗੀਆਂ। ਪਹਿਲਾਂ ਲੋਕ ਗੁਰੂ ਪਿਆਰੋ ਕੇਵਲ ਚਾਦਰੇ ਬੰਨਿਆ ਕਰਦੇ ਸਨ, ਤੋ ਇਹਦਾ ਪ੍ਰਬੰਧ ਨਹੀਂ ਸੀਗਾ ਨੰਗੇਜ ਦਾ। ਤੋ ਗੁਰੂ ਸਾਹਿਬ ਨੇ ਗੁਰੂ ਪਿਆਰੋ ਖਾਲਸੇ ਨੂੰ ਇਹ ਵੱਡੀ ਦਾਤ ਬਖਸ਼ੀ ਆ। ਜੰਗਾਂ ਯੁੱਧਾਂ ਦੇ ਵਿੱਚ ਸਿੰਘ ਲੜਦਾ ਹੋਇਆ ਸ਼ਹੀਦ ਵੀ ਹੋ ਜਾਵੇ ਤੇ ਸਰੀਰ ਜਿਹੜਾ ਹੈ ਬੇਪਰਦ ਨਹੀਂ ਹੁੰਦਾ। ਕੋ ਸਤਨਾਮ ਸ੍ਰੀ। ਇਸ ਕਰਕੇ ਖਾਲਸਾ ਪੰਥ ਨੂੰ ਇਹ ਵੱਡੀਆਂ ਦੋ ਚੀਜ਼ਾਂ ਦਿੱਤੀਆਂ ਹੈ, ਕੰਘਾ, ਕੇਸ, ਕੜਾ, ਕਿਰਪਾਨ, ਕਸ਼ਹਿਰਾ। ਇਹ ਪੰਜ ਕਕਾਰ ਜਿਹੜੇ ਦੇਣੇ ਕੀਤੇ ਹਨ। ਰਸ ਮੈਂ ਸਵਤਾਨਾ ਬਿਨਾ ਜਦ ਕੁਛ ਚਾਹੈ ਨਾ ਆਨਾ। ਔਰ ਭਗਤ ਜਿਨ੍ਹਾਂ ਨੇ ਕਿਸੇ ਵੇਲੇ ਭਗਤੀ ਕੀਤੀ ਹੈ, ਹੁਣ ਉਹ ਭਗਤ ਖਾਲਸੇ ਦੇ ਰੂਪ ਵਿੱਚ ਸਿੱਖਾਂ ਦੇ ਘਰਾਂ ਵਿੱਚ ਜਨਮ ਲੈ ਕੇ ਆਪਣਾ ਜੀਵਨ ਸਫਲਾ ਕਰਨ ਲੱਗੇ।
ਔਰ ਜੰਗ ਤੋਂ ਬਗੈਰ ਹੁਣ ਕੁਝ ਵੀ ਨਹੀਂ ਚਾਹੁੰਦੇ, ਭਾਵ ਦੁਸ਼ਟਾਂ ਦਾ ਖਾਤਮਾ ਕਰਨ ਲਈ ਤਿਆਰ ਪਰ ਤਿਆਰ ਹੋ ਗਏ ਜੀ ਦੋਹਰਾ। ਪਰਬਤ ਪਤ ਬੀਜੀਰ ਇਕ ਨਾਮ ਸੋ ਪਰਮਾਨੰਦਾ, ਪ੍ਰੇਮ ਜਨਾਵਤ ਨਿਰਪ ਪਠਿਆ ਸਤਵਤ ਬਿਖੇ ਬਲੰਦਾ। ਅਗਲੀ ਸਾਖੀ ਆਰੰਭ ਹੁੰਦੀ ਹੈ, ਸਾਖੀ ਕਬੀਰ ਸਾਹਿਬ ਦੀ ਸੰਪੂਰਨ ਹੋਈ ਤਾਂ ਪਹਾੜਾਂ ਦੇ ਵਿੱਚ ਇੱਕ ਪਰਮਾਨੰਦ ਨਾਮ ਦਾ ਬ੍ਰਾਹਮਣ ਹੈ, ਇਹਨੂੰ ਪੰਮਾ ਵੀ ਕਹਿ ਦਿੰਦੇ ਆ। ਇਹ ਵਜ਼ੀਰ ਸੀਗਾ ਰਾਜਿਆਂ ਦਾ। ਇੱਕ ਦਿਨ ਇੱਕ ਪਹਾੜੀ ਰਾਜੇ ਨੇ ਇਸ ਨੂੰ ਗੁਰੂ ਸਾਹਿਬ ਕੋਲ ਭੇਜਿਆ ਹੈ। ਨਾਨਕ ਮਤਨ ਕੋ ਸਭ ਮਤ ਬੇਤਾ, ਸੁਣ ਇਤਿਹਾਸ ਪੁਰਾਤਨ ਜੇਤਾ। ਤਾਂ ਇਹ ਜਿਹੜਾ ਸੀਗਾ ਪੰਮਾ ਬ੍ਰਾਹਮਣ ਵਾਵਾ ਪੜ੍ਹਿਆ ਲਿਖਿਆ ਸੀਗਾ, ਅਨੇਕਾਂ ਮਤਾਂ ਦੀ ਜਾਣਕਾਰੀ ਰੱਖਦਾ ਸੀਗਾ, ਪੁਰਾਣਾਂ ਦਾ ਗਿਆਨ ਵੀ ਜਾਣਦਾ ਸੀ। ਮਿਲਿਆ ਆਨ ਕਲਗੀ ਧਰ ਸਾਥਾ, ਧਰੀ ਆਕਾਰ ਜੋਰ ਜਗ ਹਾਥਾ। ਔਰ ਇਹ ਭੇਟਾ ਲੈ ਕੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆ ਮਿਲਿਆ ਜੀ। ਪਰਮ ਪ੍ਰੇਮ ਕਰ ਪਰਮਾਨੰਦਾ, ਲਹਾ ਦਰਸ ਤੇ ਪਰਮਾਨੰਦਾ। ਔਰ ਬੜੇ ਪ੍ਰੇਮ ਨਾਲ ਮਿਲਿਆ ਪਰਮਾਨੰਦ। ਦਰਸ਼ਨ ਕਰਕੇ ਇਸ ਨੇ ਪ੍ਰਾਪਤ ਕੀਤਾ ਪਰਮ ਆਨੰਦ, ਵੱਡਾ ਸੁਖ। ਸ੍ਰੀ ਸਤਿਗੁਰ ਸਤਕਾਰ ਬਿਠਾਰਾ, ਸੈਲ ਪਤਨ ਕੋ ਕੁਸ਼ਲ ਉਚਾਰਾ। ਸਤਿਗੁਰਾਂ ਨੇ ਵੀ ਬੜਾ ਪਿਆਰ ਦਿੱਤਾ, ਕਹਿੰਦੇ ਬੈਠ ਭਾਈ, ਠੀਕ ਠਾਕ ਹੈ, ਕੀ ਹਾਲ ਹੈ ਤੇਰੇ ਰਾਜਿਆਂ ਦਾ? ਇਸ ਕਾਰਜ ਤੇ ਨਿਰਪਤਾ ਪਠਾਹੋ, ਕਹੋ ਕਾਜ ਜਿਸ ਹਿਤ ਚਲਿਆ ਹੋ। ਔਰ ਤੈਨੂੰ ਰਾਜੇ ਨੇ ਕਿਸ ਕੰਮ ਲਈ ਭੇਜਿਆ, ਸਾਨੂੰ ਦੱਸਣਾ ਕਰੋ ਜੀ। ਕਰ ਜੋਰਤ ਬਾਗ ਬਖਾਨਾ, ਤਮ ਦਰਸ਼ਨ ਕੋ ਲਾਭ ਮਹਾਨਾ। ਇਹ ਹੱਥ ਬੰਨ ਕੇ ਕਹਿੰਦਾ ਜੀ ਬਸ ਤੁਹਾਡੇ ਦਰਸ਼ਨਾਂ ਦਾ ਹੀ ਲਾਭ ਹੈ, ਦਰਸ਼ਨਾਂ ਲਈ ਆਇਆ ਹਾਂ। ਪਟਿਆ ਮੋਹਿ ਰਾਵਰ ਕੀ ਸੇਵਾ, ਰਹੀਆ ਨਿਕਟ ਜਾਏ ਗੁਰਦੇਵਾ। ਔਰ ਮੈਨੂੰ ਰਾਜਾ ਸਾਹਿਬ ਨੇ ਭੇਜਿਆ ਹੈ ਵੀ ਜਾ ਕੇ ਗੁਰੂ ਸਾਹਿਬ ਦੇ ਕੋਲ ਜਾ, ਉੱਥੇ ਰਹਿ ਕੇ ਸੇਵਾ ਕਰ, ਅਸਲ ਵਿੱਚ ਜਸੂਸੀ ਕਰਨੀ ਆ। ਕਹੋ ਸਤਨਾਮ। ਕਹਿੰਦੇ ਮੈਨੂੰ ਰਾਜਾ ਸਾਹਿਬ ਨੇ ਭੇਜਿਆ ਵੀ ਗੁਰੂ ਸਾਹਿਬ ਦੇ ਕੋਲ ਰਹਿ ਤੇ ਉੱਥੇ ਸੇਵਾ ਕਰ। ਨਿਰਪਦ ਸਤੈ ਬਸਿਓ ਮੈਂ ਤੀਰਾ, ਪਰ ਵਿਗਾਰ ਨਹੀਂ ਕਾਇਮ ਤੀਰਾ। ਰਾਜੇ ਵਾਲੇ ਪਾਸੇ ਤੋਂ ਮੈਂ ਆਪ ਜੀ ਦੇ ਕੋਲ ਰਹਾਂਗਾ, ਜਿਸ ਕਰਕੇ ਕਿਸੇ ਪ੍ਰਕਾਰ ਦਾ ਵਿਗਾੜ ਪੈਦਾ ਨਾ ਹੋਵੇ। ਲਿਖਿਆ ਮਿਜਾਜ ਆਪ ਕਾ ਸਾਰਾ, ਕਾਰਜ ਪਰ ਸਦਿਹ ਸੁਧਾਰਾ। ਔਰ ਤੁਹਾਡਾ ਇਥੋਂ ਮਿਜਾਜ ਹੁੰਦਾ ਹੈਗਾ ਸੁਖ ਸਾਂਦ, ਤੁਹਾਡੇ ਬਾਰੇ ਮੈਂ ਲਿਖ ਕੇ ਰਾਜੇ ਨੂੰ ਭੇਜਦਾ ਰਹਾਂਗਾ ਤਾਂ ਕਿ ਤੁਹਾਡੇ ਤੇ ਰਾਜਿਆਂ ਵਿੱਚ ਕੋਈ ਵਿਗਾੜ ਨਾ ਪਵੇ। ਇਤਿਆਦਕ ਨਿਤ ਕੇ ਸੁਧ ਰਾਖਣਾ, ਪਠਿਆ ਦੋਤ ਕਰ ਇਮ ਅਵਲਾਖਣਾ। ਹੁਣ ਸਿੱਖ ਲਿਖਦਾ ਹੈ ਕਿ ਇਸ ਤਰ੍ਹਾਂ ਪਹਾੜੀਆਂ ਨੇ ਆਪਣਾ ਦੂਤ ਭੇਜਿਆ ਆਪਣਾ ਜਸੂਸੀ ਕਰਨ ਵਾਸਤੇ, ਵੀ ਗੁਰੂ ਸਾਹਿਬ ਜੀ ਦੀ ਐਕਟੀਵਿਟੀ ਰੋਜ਼ਾਨਾ ਕੀ ਕਰਦੇ ਆ ਉਹ ਸਾਨੂੰ ਲਿਖ ਕੇ ਭੇਜਦਾ ਰਹੇ। ਰਾਵਰ ਕਾ ਦਰਸ਼ਨ ਲਿਓ, ਅਦ ਕਲਾ ਫਲ ਮੋਹ ਕਹੋਗੇ ਹੋ। ਔਰ ਦੂਸਰੀ ਗੱਲ ਕਰਦਾ ਜੀ ਤੁਹਾਡੇ ਦਰਸ਼ਨ ਕਰਕੇ ਜ਼ਿੰਦਗੀ ਦਾ ਲਾਭ ਮਾਣਾਂਗੇ। ਪਰ ਇਹ ਪੰਮਾ ਬ੍ਰਾਹਮਣ ਸੀਗਾ ਬੰਦਾ ਖਰਾਬ ਹੀ, ਕਿਉਂਕਿ ਇਸ ਨੇ ਸੌਹਾਂ ਪਾ ਕੇ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਵਾਇਆ ਤੇ ਮਗਰੋਂ ਹਮਲਾ ਕੀਤਾ ਗੁਰੂ ਸਾਹਿਬਾਨ ਤੇ। ਕਹੋ ਸਤਨਾਮ। ਤੇ ਇਹਨੇ ਆਪਣਾ ਬ੍ਰਾਹਮਣਾਂ ਵਾਲਾ ਹੀ ਕੰਮ ਕਰਨਾ ਸੀ, ਇਹ ਗੁਰੂ ਕਾ ਸਿੱਖ ਥੋੜਾ ਬਣ ਸਕਿਆ। ਕਹਿਣ ਲੱਗਿਆ ਜੀ ਨਾਲੇ ਤੁਹਾਡੇ ਦਰਸ਼ਨਾਂ ਦਾ ਲਾਭ ਲਵਾਂਗੇ, ਨਾਲੇ ਰਾਜੇ ਦਾ ਕੰਮ ਕਰ ਦਿਆਂਗੇ। ਸੋਰਸਨੇ ਸਾਨੀ ਤਸਬਾਨੀ, ਸਨਮਾਨਿਆ ਰਹਾ ਨਿਕ ਬਖਾਨੀ। ਤੇ ਗੁਰੂ ਸਾਹਿਬ ਨੂੰ ਕਿਹੜਾ ਡਰ ਸੀ ਕਿਸੇ ਦਾ? ਕਹਿੰਦੇ ਠੀਕ ਹੈ ਫਿਕਰ ਨਾ ਕਰ, ਰੋਜ਼ ਆ ਕੇ ਸਭਾ 'ਚ ਬੈਠਿਆ ਕਰ, ਪਤਾ ਲੱਗੇ ਰਾਜਿਆਂ ਨੂੰ ਵੀ ਅਸੀਂ ਕੀ ਕਰਦੇ ਆ। ਪਰਮਾਨੰਦ ਰਹਿਣ ਹਿਤ ਹਰਿ ਕਾ, ਪਰਮਾਨੰਦ ਗੁਰੂ ਕੋ ਪਰਖਿਓ। ਹੁਣ ਪਰਮਾਨੰਦ ਨੂੰ ਰਹਿਣ ਦੀ ਆਗਿਆ ਮਿਲ ਗਈ ਹੈ, ਬੜਾ ਖੁਸ਼ ਹੋਇਆ। ਹੁਣ ਗੁਰੂ ਜੀ ਨੇ ਵੀ ਪਰਮਾਨੰਦ ਨੂੰ ਪਰਖਣਾ ਸ਼ੁਰੂ ਕੀਤਾ ਹੈ। ਰੋਜ਼ ਰਜਤ ਪਣ ਪੰਜ ਦਿਵਾਏ, ਦੋਧ ਪਣਿਆ ਲਿਖ ਪਠਨ ਕਮਾਏ। ਔਰ ਗੁਰੂ ਜੀ ਨੇ ਉਸ ਨੂੰ ਰੋਜ਼ ਦੇ 5 ਰੁਪਏ ਦਵਾਤੇ। ਸਿੱਖ ਤੋਂ ਮਨੀਮ ਨੂੰ ਕਹਿਤਾ ਵੀ ਇਹਨੂੰ ਭਾਈ 5 ਰੁਪਏ ਰੋਜ਼ ਖਰਚਾ ਦਿਆ ਕਰੋ।
ਤੇ ਦੇਣ ਲੱਗੇ। सवा लगे प्रभ की जय समय आए हजूर दर्श कर नमः। ਔਰ ਦੂਤ ਪਣੋ ਲਿਖ ਪਠਨ ਕਮਾਏ, ਤੇ ਇਸ ਨੇ ਦੂਤ ਵਜੋਂ ਸਵੀਕਾਰ ਕਰ ਲਿਆ। ਇਸ ਨੂੰ ਪਾਤਸ਼ਾਹ ਨੇ ਆਪਣੇ ਕੋਲ ਬਿਠਾ ਲਿਆ, ਰੱਖ ਲਿਆ, ਕੋਈ ਨਹੀਂ ਰਹਿ ਪਾ। ਹੁਣ ਇਹ ਰੋਜ਼ ਸਭਾ ਦੇ ਵਿੱਚ ਆ ਕੇ ਬੈਠਣ ਲੱਗਿਆ। बैठे निकट अदक बदवंता भरी वार्ता भनत सुनंता। ਔਰ ਦੀਵਾਨ ਵਿੱਚ ਬੈਠ ਕੇ ਮੇਰੇ ਪ੍ਰੀਤਮ ਜੀ ਦੀਆਂ ਵਿਚਾਰਾਂ ਸੁਣਦਾ ਹੈ, ਕੁਝ ਆਪਦੀਆਂ ਵੀ ਸੁਣਾਉਂਦਾ ਹੈ। एक दिन लगे दीवान महाना सतगुर बीच विराजे आना। ਇੱਕ ਦਿਨ ਦੀ ਗੱਲ ਕਰਦੇ ਐ, ਜਦੋਂ ਦੀਵਾਨ ਸਜਿਆ ਹੈ, ਮੇਰੇ ਪ੍ਰੀਤਮ ਜੀ ਸਿੰਘਾਸਨ ਤੇ ਵਿਰਾਜਮਾਨ ਹੋਏ ਹਨ। चार चला चल चामर टोरे हिम सोपा पावत जग औरे। ਔਰ ਮੇਰੇ ਪ੍ਰੀਤਮ ਜੀ ਦੇ ਉੱਪਰ ਚਾਰ ਭਾਵ ਤੋਂ ਹੈ ਸੁੰਦਰ। ਦੋਨੇ ਪਾਸੇ ਦੋ ਸੇ ਖੜੇ ਹੈ, ਪਿੱਛੇ ਸੁੰਦਰ ਚੌਰ ਝੁੱਲ ਰਹੇ ਹਨ। कलंगी में मुक्ता फल गुछे तिन्हा मलार लेह कर सवशे। ਔਰ ਕਲਗੀ ਦੇ ਵਿੱਚ ਮੋਤੀਆਂ ਦੇ ਗੁੱਛੇ ਲੱਗੇ ਹੋਏ ਹਨ, ਤੇ ਚੌਰ ਐਂ ਲੱਗਦੇ ਆ ਜਿਵੇਂ ਹੰਸ ਉੱਡ ਰਹੇ ਹਨ, ਤੇ ਮਾਨੋ ਇਹ ਗੁੱਛੇ ਹੰਸਾਂ ਦਾ ਖਾਣਾ ਹੈ। पक्षन जन चाहत चुकयावता तो हटत उड कर डरावता। ਔਰ ਐਂ ਲੱਗਦੇ ਆ ਕਿ ਜਿਵੇਂ ਚੌਰ ਨਹੀਂ, ਦੋ ਹੰਸ ਪਾਤਸ਼ਾਹ ਜੀ ਦੇ ਸੀਸ ਉੱਪਰ ਘੁੰਮ ਰਹੇ ਹਨ। बैठे वृंद सभा बदवंते अनक वार्ता कथत सुनंते। ਸਤਿਗੁਰਾਂ ਦੀ ਹਜ਼ੂਰੀ ਸਭਾ ਲੱਗੀ ਹੋਈ ਆ, ਸਿਆਣੇ ਸਿੱਖ ਵੀ ਬੈਠੇ ਐ, ਪੰਡਿਤ ਪਰਮਾਨੰਦ ਵੀ ਮੂਹਰੇ ਬੈਠਾ ਹੈ। परमानंद तहाँ चले आया प्रथम प्रभु कशीस निभायो। ਇਹਨੇ ਵੀ ਆ ਮੱਥਾ ਟੇਕਿਆ, ਨਮਸਕਾਰ ਕੀਤੇ ਹੈ। बैठा निकट होए करतब सोवत सवा सवा सत सब। ਔਰ ਇਹ ਵੀ ਪਾਤਸ਼ਾਹ ਜੀ ਦੀ ਹਜ਼ੂਰੀ 'ਚ ਨੇੜੇ ਜੇ ਬੈਠ ਗਿਆ ਹੈ। ਸਭਾ ਸਦ ਭਾਵ ਸਭਾ ਦਾ ਮੈਂਬਰ ਬਣ ਕੇ ਹੋਰ ਵੀ ਬਹੁਤ ਸਾਰੇ ਸਿੱਖ ਗੁਰੂ ਕੇ ਸਿੰਘ, ਬ੍ਰਹਮਚਾਰੀ, ਜੋਗੀ, ਸੰਨਿਆਸੀ, ਤਰ੍ਹਾਂ ਤਰ੍ਹਾਂ ਦੇ ਲੋਕ ਆਉਂਦੇ ਆ ਪ੍ਰੀਤਮ ਦੇ ਦਰਸ਼ਨਾਂ ਲਈ, ਸਾਰੇ ਬੈਠੇ ਹਨ। मदन दास बैरागी एक सोपी सेवत जलद बवेक। ਤੋ ਇੱਥੇ ਹੀ ਇੱਕ ਮਦਨ ਦਾਸ ਨਾਮ ਦਾ ਵਿਰਾਗੀ ਸਾਧੂ, ਉਹ ਵੀ ਗੁਰੂ ਨੂੰ ਬੜਾ ਪਿਆਰ ਕਰਦਾ ਹੈ, ਉਹ ਵੀ ਸਭਾ 'ਚ ਬੈਠਾ ਹੈ। सन्यासी जोगी ब्रह्मचारी बैठे सब मत सवा माजारी। ਸੰਨਿਆਸੀ, ਜੋਗੀ, ਬ੍ਰਹਮਚਾਰੀ, ਇਹ ਬ੍ਰਾਹਮਣ, ਪਰਮਾਨੰਦ ਤੇ ਸਿੱਖ ਸੰਗਤਾਂ ਸਾਰੇ ਬੈਠੇ ਹਨ। अपने अपने पंथन जथा बाक विलास चली तब कथा। ਤੇ ਸਾਰੇ ਆਪੋ ਆਪਣੇ ਪੰਥਾਂ ਦੀ ਵਡਿਆਈ ਕਰ ਰਹੇ ਹਨ, ਆਪੋ ਆਪਣੇ ਮਤਾਂ ਦੀ ਗੱਲ ਕਰਦੇ ਹਨ। भरी भरी निज मत की बाती सगरे करत भय बखियाती। ਜਿਹੜੀਆਂ ਉਹਨਾਂ ਦੇ ਮਤ ਵਿੱਚ ਕੋਈ ਚੰਗੀਆਂ ਗੱਲਾਂ, ਉਹ ਸਾਰੇ ਹੀ ਸੁਣਾਉਣਾ ਕਰਦੇ ਹਨ। व्यासत को पाठ सुनावे हमरे नेम करते गत पावे। ਔਰ ਨਾਲ ਦੱਸਦੇ ਆ ਕਿ ਮਹਾਰਾਜ ਸਾਡੀ ਮਤ ਵਿੱਚ ਤਾਂ ਏਦਾਂ ਸਾਡੇ ਸੰਗੀਆਂ ਦੀ ਮੁਕਤੀ ਹੁੰਦੀ ਆ। ਕੋਈ ਕਹਿੰਦਾ ਜੀ ਸਾਡੇ ਮਤ ਵਿੱਚ ਆ ਕਰਦੇ ਹੈ, ਸਾਡੇ ਮਤ ਵਿੱਚ ਆ ਕਰਦੇ ਹਨ। पीछे मदन दास बैरागी बोलिया कर जोरत बड़ भागी। ਉੱਥੇ ਮਦਨ ਦਾਸ ਬਰਾਗੀ ਸਾਧ ਬੈਠਾ ਹੈ, ਉਹ ਵੀ ਬੋਲਿਆ ਹੈ। सुनो बेनती गुरपत पत शाहू बना कड़ाहे नाम कड़ाहू। ਮਹਾਰਾਜ ਜੀ, ਮੈਂ ਇੱਕ ਬੇਨਤੀ ਕਰਦਾ ਸੀਗਾ, ਦੱਸੋ ਆ ਜਿਹੜਾ ਤੁਹਾਡੀ ਪ੍ਰਸ਼ਾਦ ਬਣਦਾ, ਇਹਦੇ ਨਾਮ ਤੁਸੀਂ ਕੜਾਹ ਰੱਖਿਆ, ਇਹਦਾ ਨਾਮ ਕੜਾਹ ਕਿਉਂ ਰੱਖਿਆ? ਵੀ ਇਹ ਕੜਾਹੇ 'ਚ ਬਣਦਾ ਤਾਈਓ ਇਹਨੂੰ ਕੜਾਹ ਕਹਿੰਦੇ ਹੋ, ਜਾਂ ਇਹਦਾ ਕੋਈ ਹੋਰ ਕਾਰਨ ਹੈ? निरदल प्रसाद अचत सो सुखैना हनुमान देवी को देना। ਔਰ ਆਪ ਜੀ ਦਾ ਜਿਹੜਾ ਇਹ ਪ੍ਰਸ਼ਾਦ ਹੈ ਨਾ, ਜਿਵੇਂ ਹਨੂਮਾਨ ਦੇਵੀ ਚੜ੍ਹਦਾ ਹੈ, ਦੇਵੀ ਦੇਵੀ ਚੜ੍ਹਦਾ ਹੈ, इन दोनों का यह प्रसाद मनोकामना दे अहलादा। ਉਹਨਾਂ ਦੇ ਵੀ ਪ੍ਰਸ਼ਾਦ ਚੜ੍ਹਦੇ ਹਨ।
ਉਹ ਵੀ ਆਪਣੇ ਸਿੱਖਾਂ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਨੇ। ਸੋ ਪ੍ਰਸਾਦ ਸ੍ਰੀ ਨਾਨਕ ਬਾਬੇ ਕਿਉ ਲੀਨੋ ਆਪਣੇ ਹਿਤ ਖਾਵੇ। ਤੇ ਫਿਰ ਬਾਬੇ ਨਾਨਕ ਨੇ ਇਹ ਪ੍ਰਸ਼ਾਦ ਆਪਣੇ ਪੰਥ ਵਿੱਚ ਕਿਉਂ ਚਲਾਇਆ? ਇਹ ਤਾਂ ਕਹਿੰਦਾ ਹਨੂਮਾਨ ਤੇ ਦੇਵੀ ਦਾ ਪ੍ਰਸ਼ਾਦ ਹੈ, ਪਰ ਇਹਨੂੰ ਸ਼ਾਇਦ ਪਤਾ ਨਹੀਂ, ਪਾਤਸ਼ਾਹ ਦੱਸਦੇ ਐ ਮੋਹਨ ਭੋਗ ਕਿਵ ਲਾਗ ਸਪਿਆਰ ਹੋਤਾ ਬਿਰਦ ਸੇ ਖਾਏ ਸੁਖਾਰ। ਔਰ ਪਰਮੇਸ਼ਰ ਇਹਨੂੰ ਕਿਵੇਂ ਭੋਗ ਲਾਉਂਦਾ ਹੈ? ਇਹ ਵੀ ਕੜਾਹ ਨੂੰ ਕਹਿੰਦੇ ਹਨ, ਇਹ ਕਿਵੇਂ ਪਿਆਰਾ ਲੱਗਦਾ ਹੈ। ਕਿਵੇਂ ਬਜ਼ੁਰਗ ਜਿਹੜੇ ਹੁੰਦੇ ਹਨ ਉਹ ਵੀ ਖਾ ਲੈਂਦੇ ਹਨ, ਬੱਚੇ ਵੀ ਖਾ ਲੈਂਦੇ ਹਨ ਇਸ ਨੂੰ। ਕਿਆ ਆਛੈ ਗਰਭ ਇਸ ਮਾਹੀ ਵਿਦਤ ਬਖਾਨ ਕਰ ਹਮ ਪਾਹੀ। ਮਹਾਰਾਜ ਇਸ ਨੂੰ ਕੜਾਹ ਕਿਉਂ ਕਹਿੰਦੇ ਆ? ਸਾਨੂੰ ਇਸ ਕਰਕੇ ਦੱਸਣਾ ਕਰੋ ਜੀ। ਤਬ ਸ੍ਰੀ ਮੁਖ ਤੇ ਸਭਾ ਮਚਾਰੀ ਕਥਾ ਪ੍ਰਥਮ ਕੀ ਸਕਲ ਉਚਾਰੀ। ਸਤਿਗੁਰੂ ਨਾਨਕ ਦੇਵ ਜੀ ਨੇ ਫਿਰ ਪਿਛਲੀ ਸਾਰੀ ਕਹਾਣੀ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਹਿੰਦੇ ਸੁਣਾਉਣ ਲੱਗੇ ਹਨ। ਸ੍ਰੀ ਗੁਰ ਬਾਬੇ ਸਾਹਿਬ ਪਾਸ ਹੋਤੇ ਬੈਰਾਗੀ ਸਾਈਂ ਦਾਸ। ਕਹਿਣ ਲੱਗੇ ਮਦਨ ਦਾਸ, ਬਾਬੇ ਨਾਨਕ ਕੋਲ ਕੁਝ ਵਿਰਾਗੀ ਸਾਧ ਬੈਠੇ ਸਨ, ਜਿਸ ਤੋਂ ਇੱਕ ਦਾ ਨਾਮ ਸੀ ਸਾਈਂ ਦਾਸ। ਬੈਠੇ ਹੋਤੇ ਕਰਤ ਹਰ ਗਾਥਾ ਬੋਝਤ ਭਇਆ ਜੋਰ ਜਗ ਹਾਥਾ। ਉਹਨੇ ਵੀ ਹਾਂ ਗੱਲ ਪੁੱਛੀ ਸੀ ਬਾਬੇ ਨਾਨਕ ਨੂੰ। ਸ੍ਰੀ ਜਾਗਾ ਕਰਤ ਮਲੀਨ ਕਰਾਹੂੰ ਕੋ ਕਾਰਨ ਹੈ ਇਸ ਕੇ ਮਾਹੂ। ਤੁਸੀਂ ਗੁਰੂ ਘਰ ਦੇ ਵਿੱਚ ਇਹ ਪ੍ਰਸ਼ਾਦ ਚਲਾਇਆ ਕੜਾਹ ਵਾਲਾ, ਇਹ ਕਿਉਂ ਚਲਾਇਆ? ਇਹਦਾ ਕੀ ਕਾਰਨ ਹੈ? ਸੁਣ ਕੇ ਪ੍ਰਸ਼ਨ ਦੀਨ ਤੇ ਇਸ ਪੁੱਤਰ ਹਮ ਏਕ ਸਮੈ ਗਏ ਦਿਸ ਪੁੱਤਰ। ਉਹਨੇ ਪੁੱਛਿਆ ਸੀ ਸਾਈਂ ਦਾਸ ਨੇ, ਤੇ ਬਾਬੇ ਨਾਨਕ ਨੇ ਜਵਾਬ ਦਿੱਤਾ, ਕਹਿੰਦੇ ਇੱਕ ਵਾਰ ਅਸੀਂ ਉੱਤਰ ਵੱਲ ਗਏ, ਪਹਾੜੀ ਇਲਾਕੇ 'ਚ ਗਏ। ਚਲੇ ਚਲੇ ਮਗ ਪਹੁੰਚੇ ਦੂਰ ਚੜੇ ਜਾਏ ਪਰਬਤ ਹਿਮਨੂਰ। ਤੋ ਸਮੇਰ ਪਰਬਤ ਤੋਂ ਅੱਗੇ ਚੜੇ ਗਏ ਗਾਹਾਂ ਦੀ ਗਾਹਾਂ ਹਿਮਨੂਰ, ਜਿੱਥੇ ਬੜੀਆਂ ਬਰਫਾਂ ਹਨ। ਬੈਠੇ ਰੁਚਰ ਦੇਸ ਕਾ ਦੇਖਾ ਸਭ ਸੈਲਨ ਕੀ ਸੈਲ ਬਸੇਖਾ। ਇਉਂ ਬਾਬਾ ਨਾਨਕ ਸ਼ੈਲ ਕਰਦਾ ਕਰਦਾ ਉਦਾਸੀਆਂ ਦੌਰਾਨ ਸਮੇਰ ਪਰਬਤ ਉੱਪਰ ਜਾ ਚੜਿਆ। ਇੱਕ ਕਸਮ ਮੈਂ ਸਦ ਅਰਨਾਥ ਬੋਲੇ ਆਨ ਹਮਾਰੇ ਸਾਥ। ਤੋ ਹੁਣ ਦੱਸ ਰਹੇ ਆ ਦਸਵੇਂ ਪਾਤਸ਼ਾਹ, ਤੇ ਦਸਵੇਂ ਪਾਤਸ਼ਾਹ ਬਾਬੇ ਨਾਨਕ ਦੇ ਦਸਵੇਂ ਰੂਪ ਹੈ। ਇਸ ਕਰਕੇ ਕਹਿ ਰਹੇ ਹਨ ਸਾਡੇ ਕੋਲ ਕੁਝ ਸਿੱਧ ਤੇ ਨਾਥ ਆ ਗਏ, ਤੇ ਆ ਕੇ ਸਾਨੂੰ ਕਹਿੰਦੇ ਸੰਤੋ ਕਹੋ ਆਦੇਸ ਆਦੇਸ ਪਰਖ ਨਿਰੰਜਨ ਅਲਖ ਬਸ਼ੇਸ। ਸੰਤੋ ਆਦੇਸ਼ ਆਦੇਸ਼, ਬਾਬਾ ਜੀ ਕਹਿੰਦੇ ਹੁੰਦੇ ਸੀ ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਰ ਅਨਾਹਤ ਜੁਗ ਜੁਗ ਏਕੋ ਵੇਸ। ਆਦੇਸ਼ ਭਾਈ ਆਦੇਸ਼, ਕਰਤਾਰ ਨੂੰ ਆਦੇਸ਼। ਤਿਨੈ ਬਲੋਕਤ ਹਮੈ ਉਚਾਰਾ ਸਤਕਾਰ ਤਾਰ ਸਤਕਾਰ ਤਾਰਾ। ਉਹਨਾਂ ਨੇ ਆ ਕੇ ਸਾਨੂੰ ਆਦੇਸ਼ ਆਦੇਸ਼ ਕੀਤੀ, ਅਸੀਂ ਕਿਹਾ ਸਤ ਕਰਤਾਰ ਸਤ ਕਰਤਾਰ। ਆਵਾ ਸਿਧ ਦਰਸ਼ਨ ਦੇਹੋ ਬੈਠੋ ਨਾਮ ਨਿਰੰਜਨ ਲੇਹੋ। ਔਰ ਅਸੀਂ ਕਿਹਾ ਆਜੋ ਬੈਠੋ ਭਾਈ, ਗੱਲਬਾਤ ਕਰਦੇ ਆ, ਦਰਸ਼ਨ ਕਰਦੇ ਆ ਇੱਕ ਦੂਜੇ ਦੇ। ਸੁਣ ਸਭ ਸਦਾ ਨਿਟ ਥਿਰ ਭਾਈ ਚਾਹਤ ਕਰਾਮਾਤ ਕੁਛ ਲਈ। ਔਰ ਉਹ ਸਿੱਧ ਚਾਹੁੰਦੇ ਸੀ ਕਿ ਬਾਬਾ ਨਾਨਕ ਸਾਨੂੰ ਕੋਈ ਕਰਾਮਾਤ ਵਿਖਾਵੇ। ਕਰਕੇ ਮਸਲਤਾ ਸਭ ਬਖਾਨੇ ਸ੍ਰੀ ਨਾਨਕ ਤੁਮ ਤਪਾ ਮਹਾਨੇ। ਔਰ ਇਹਨਾਂ ਨੇ ਆਪਸ ਵਿੱਚ ਸਲਾਹ ਮਸ਼ਵਰਾ ਕਰਕੇ ਨਾ ਬਾਬੇ ਨਾਨਕ ਦੀ ਪਹਿਲਾਂ ਸਿਫਤ ਕਰਦੇ ਆ, ਕਹਿੰਦੇ ਜੀ ਤੁਸੀਂ ਬਹੁਤ ਮਹਾਨ ਤਪੇ ਹੋ। ਇਸ ਪਹਾੜ ਪਰ ਤੇਰੇ ਅਗਾਰੀ ਹਮ ਚਲ ਆਏ ਸਕਲ ਪਿਸ਼ਾਰੀ। ਤੁਸੀਂ ਇੰਨੇ ਉੱਚੇ ਸਮੇਰ ਪਹਾੜ ਤੇ ਪਹੁੰਚ ਗਏ, ਅਸੀਂ ਵੀ ਮਗਰ ਮਗਰ ਆ ਗਏ। ਸੇਤਨ ਕਹਾ ਸਾਨ ਗਿਦਾ ਉਦਾਰਾ ਕਰੋ ਆਪ ਅਵ ਦੇਵ ਸੰਭਾਰਾ। ਮਹਾਰਾਜ ਅੱਜ ਤੁਸੀਂ ਭੰਡਾਰਾ ਦਿਓ, ਇਹਨਾਂ ਸਿੱਧਾਂ ਨੂੰ ਕੁਝ ਛਕਾਓ, ਸਨਿਗਧ ਕੋਈ ਘਿਓ ਵਾਲੀ ਚੀਜ਼, ਕੋਈ ਐਸੀ ਜਿਹੜੀ ਸੌਖੀ ਖਾਧੀ ਜਾ ਸਕੇ। ਇਹ ਵਿਚਾਰਿਆਂ ਦੇ ਦੰਦ ਵੀ ਹੈ ਨਹੀਂ, ਜਾਣ ਕੇ ਨਾ ਸਿੱਧਾਂ ਨੇ ਦੰਦ ਵੀ ਗਾਇਬ ਕਰ ਲਏ ਆਪਣੇ। ਜਿੱਦੀਆਂ ਸਿੱਧੀਆਂ ਸੀ ਉਹਨਾਂ ਕੋਲ, ਉਹ ਵੇਖਦੇ ਹੀ ਭਲਾ ਬਾਬਾ ਨਾਨਕ ਕੀ ਖਵਾਉਂਦਾ ਹੈ।
ਕਹਿਣ ਲੱਗੇ ਮਹਾਰਾਜ ਕੁਝ ਛਕਾਓ। ਅਪਰ ਭੰਡਾਰੇ ਕੇਰ ਪ੍ਰਸਾਦ ਅਚਵਾ ਬਹੁ ਸਭ ਕੋ ਅਹਲਾਦ। ਤੁਸੀਂ ਆਪਣੇ ਭੰਡਾਰੇ ਦਾ ਪ੍ਰਸ਼ਾਦ ਛਕਾਓ ਸਾਨੂੰ। ਇਹ ਵਿਚਾਰੇ ਸਿੱਧ ਬੁੱਢੇ ਹੋ ਗਏ, ਨਾਲ ਦੰਦ ਵੀ ਹੈ ਨਹੀਂਗੇ। ਸਾਈਂ ਦਾਸ ਸੁਣਿਓ ਤਹ ਸਮੇਂ ਸਭ ਕੇ ਮਨ ਕੀ ਜਾਨੀ ਹਮੇ। ਤੇ ਅਸੀਂ ਵੀ ਸਮਝ ਗਏ ਵੀ ਇਹ ਸਾਡੀ ਹੁਣ ਪ੍ਰੀਖਿਆ ਲੈਂਦੇ ਹਨ। ਮਰਦਾਨਾ ਦੂਸਰ ਸੰਗ ਬਾਲਾ ਸਿਤਨ ਡਿਗ ਬਿਠਾਏ ਤਿਸ ਕਾਲਾ। ਮਰਦਾਨਾ ਤੇ ਬਾਲਾ ਜੋ ਕੋਲ ਬੈਠੇ ਸਨ, ਕਹਿਓ ਸਮਨ ਸਨ ਸ੍ਰੀ ਕਰਤਾਰਾ ਦੇਹ ਤੁਮ ਕੋ ਭਲੇ ਆਹਾਰਾ। ਅਸੀਂ ਕਿਹਾ ਕੋਈ ਨਹੀਂ, ਤੁਹਾਨੂੰ ਅਸੀਂ ਬਹੁਤ ਵਧੀਆ ਭੋਜਨ ਛਕਾਵਾਂਗੇ। ਏਮ ਨਿਮੰਤਾ ਦੇ ਕਰ ਹਮ ਗਏ ਅਣਕ ਬਿਦਨ ਬਨ ਦੇਖਤਾ ਭਏ। ਔਰ ਉਹਨਾਂ ਨੂੰ ਨਿਉਂਦਾ ਦੇ ਕੇ ਬਾਲੇ ਮਰਦਾਨੇ ਨੂੰ ਉੱਥੇ ਛੱਡ ਕੇ ਅਸੀਂ ਚਲੇ ਗਏ ਜੀ। ਸੁਣਿਐ ਮਦਨ ਦਾਸ ਬੈਰਾਗੀ ਸ੍ਰੀ ਕਲ ਕੀ ਤਰ ਕਹਿ ਸਭ ਆਗੀ। 10ਵੇਂ ਪਾਤਸ਼ਾਹ ਜੀ ਦੱਸ ਰਹੇ ਹਨ, ਕਹਿ ਦੂਰ ਜਗ ਗੁਰੂ ਅਰਾਕਾ ਸਰ ਸਰ ਸਲਤਾ ਤਹਾਂ ਬਲੋਕ। ਅਸੀਂ ਚੱਲਦੇ ਚੱਲਦੇ ਦੂਰ ਚਲੇ ਗਏ ਤੇ ਫਿਰ ਉਹਨਾਂ ਵਾਸਤੇ ਕੀ ਭੋਜਨ ਲੈ ਕੇ ਆਏ ਆ। ਸਮਾਂ ਸਮਾਪਤੀ ਤੇ ਅੱਗੇ ਜਾ ਰਿਹਾ ਹੈ। ਤਾਂ ਗੁਰੂ ਪਿਆਰਿਓ ਫਿਰ ਇਹਨਾਂ ਦੇ ਵਾਸਤੇ ਜਦੋਂ ਭੋਜਨ ਲੈ ਕੇ ਆਏ ਤੇ ਫਿਰ ਹੈਰਾਨ ਹੋ ਗਏ। ਇਹ ਪਹਿਲਾਂ ਹੀ ਸੋਚੀ ਬੈਠੇ ਸੀ ਵੀ ਜੋ ਲੈ ਕੇ ਆਉਣਗੇ ਆਪਾਂ ਕਹਿ ਦਿਆਂਗੇ ਇਸ ਤਾਂ ਖਾਧਾ ਨਹੀਂ ਜਾਂਦਾ ਸਾਥੋਂ ਜੀ। ਇਸ ਕਰਕੇ ਕੜਾਹ ਪ੍ਰਸ਼ਾਦ ਸਤਿਗੁਰਾਂ ਨੇ ਇੱਕ ਐਸਾ ਪ੍ਰਸ਼ਾਦ ਬਣਾਇਆ ਗੁਰੂ ਘਰ ਦੇ ਵਿੱਚ, ਇਹਨੂੰ 2 ਦਿਨਾਂ ਦੇ ਬੱਚੇ ਨੂੰ ਵੀ ਖਵਾ ਸਕਦੇ ਹੋ, 100 ਸਾਲ ਦਾ ਬੁੱਢਾ ਵੀ ਖਾ ਸਕਦਾ ਹੈ ਜਿਹਦੇ ਨਾ ਦੰਦ